ਅੱਜ ਦਿਲ ਬਹੁਤ ਉਦਾਸ ਸੀ। ਅੱਖਾਂ ਵਿੱਚੋਂ ਹੰਝੂ ਗਿਰ ਰਹੇ ਸੀ। ਮੇਰੇ ਚਾਚੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ, ਜਿੱਦਾਂ ਅੱਗ ਦੇ ਅੰਗਾਰੇ ਹੋਣ। ਮੇਰੇ ਪਿਓ ਦੀ ਮੌਤ ਤੋਂ ਬਾਅਦ ਉਸਨੇ ਮੈਨੂੰ ਪਾਲਿਆ ਸੀ। ਮੇਰਾ ਚਾਚਾ ਸ਼ਰਾਬੀ ਜੁਆਰੀ ਸੀ। ਉਸਨੇ ਮੈਨੂੰ ਆ ਕੇ ਕਿਹਾ ਕਿ ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਜੂਏ ਵਿੱਚ ਹਾਰ ਗਿਆ ਹਾਂ। ਮੈਨੂੰ ਮਾਫ਼ ਕਰ ਦੇ, ਤੈਨੂੰ ਲੋਕ ਲੈਣ ਆਏ ਹਨ, ਬਾਹਰ ਖੜ੍ਹੇ ਨੇ ਤੇ ਤੈਨੂੰ ਜਾਣਾ ਪੈਣਾ। ਮੈਨੂੰ ਮੇਰੇ ਚਾਚਾ ਬਹੁਤ ਬੁਰਾ ਲੱਗ ਰਿਹਾ ਸੀ। ਮੈਨੂੰ ਇੰਨਾ ਗੁੱਸਾ ਆ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਤੇਰੀ ਸ਼ਕਲ ਵੀ ਨਹੀਂ ਦੇਖਣੀ। ਉਹ ਮੇਰੇ ਤੋਂ ਰੋ ਰੋ ਕੇ ਮਾਫ਼ੀ ਮੰਗ ਰਿਹਾ ਸੀ, ਪਰ ਮੈਨੂੰ ਉਸ ਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ। ਉਹ ਆਪਣੇ ਭਰਾ ਦੀ ਧੀ, ਜੋ ਉਸ ਦੇ ਆਪਣੇ ਬੱਚਿਆਂ ਵਾਂਗ ਸੀ, ਉਸ ਨੂੰ ਜੂਏ ਵਿੱਚ ਹਾਰ ਗਿਆ। ਜੇਕਰ ਉਸਨੇ ਜੂਆ ਖੇਡਣਾ ਹੀ ਸੀ ਤਾਂ ਉਸਨੇ ਮੈਨੂੰ ਕਿਉਂ ਦਾਅਵ ਤੇ ਲਾਇਆ ਸੀ? ਇੰਨੇ ਨੂੰ ਬਾਹਰੋਂ ਆਵਾਜ਼ ਆਈ। ਉਹ ਆਵਾਜ਼ ਮਾਰ ਕੇ ਕਹਿ ਰਹੇ ਸਨ ਕਿ ਰਣਜੀਤ ਛੇਤੀ ਕਰ, ਸਾਡੇ ਕੋਲ ਟਾਈਮ ਨਹੀਂ, ਅਸੀਂ ਅੰਦਰ ਆ ਜਾਣਾ। ਜਿੱਦਾਂ ਹੀ ਉਹ ਅੰਦਰ ਆਏ ਮੈਂ ਗੇਟ ਵੱਲ ਦੇਖ ਰਹੀ ਸੀ, ਪਰ ਮੇਰਾ ਚਾਚਾ ਮੈਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਮੈਨੂੰ ਮਾਫ਼ ਕਰ ਦੇ ਪੁੱਤ, ਤੇਰਾ ਚਾਚਾ ਪਾਪੀ ਹੈ। ਫਿਰ ਮੈਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ ਅਤੇ ਬਾਹਰ ਦੋ ਬਦਮਾਸ਼ ਜਿਹੇ ਮੁੰਡੇ ਸੀ, ਉਹ ਮੈਨੂੰ ਆਪਣੇ ਨਾਲ ਕਾਰ ਵਿੱਚ ਬਿਠਾ ਕੇ ਲੈ ਗਏ। ਮੈਨੂੰ ਆਪਣੀ ਇੱਜ਼ਤ ਖਤਰੇ ਵਿੱਚ ਲੱਗ ਰਹੀ ਸੀ। ਮੇਰੇ ਚਾਚੇ ਨੂੰ ਜੂਏ ਦੀ ਬੁਰੀ ਆਦਤ ਸੀ, ਜਿਸ ਕਰਕੇ ਉਸਨੇ ਘਰ ਦਾ ਅੱਧਾ ਸਮਾਨ ਵੇਚ ਦਿੱਤਾ ਸੀ। ਫਿਰ ਉਹ ਮੁੰਡੇ ਮੈਨੂੰ ਇੱਕ ਕੋਠੇ 'ਤੇ ਲੈ ਗਏ ਤੇ ਉੱਥੇ ਵੇਚ ਦਿੱਤਾ ਤੇ ਆਪਣੇ ਪੈਸੇ ਲੈ ਕੇ ਚਲੇ ਗਏ। ਉੱਥੇ ਇੱਕ ਰੌਸ਼ਨੀ ਨਾਂ ਦੀ ਔਰਤ ਸੀ। ਉਸਨੇ ਇੱਕ ਮੁੰਡੇ ਨੂੰ ਆਵਾਜ਼ ਮਾਰੀ, ਕਿਹਾ ਰਾਜੂ, ਇਸ ਕੁੜੀ ਨੂੰ ਕੁੜੀਆਂ ਕੋਲ ਛੱਡ ਕੇ ਆ, ਹੁਣ ਤੋਂ ਇਹ ਇੱਥੇ ਹੀ ਰਹੇਗੀ। ਉਹ ਔਰਤ ਬਹੁਤ ਹੀ ਚਲਾਕ ਲੱਗ ਰਹੀ ਸੀ। ਉਸਨੇ ਮੂੰਹ 'ਤੇ ਬਹੁਤ ਮੇਕਅਪ ਕੀਤਾ ਸੀ। ਫਿਰ ਮੈਂ ਡਰਦੀ ਹੋਈ ਕੁੜੀਆਂ ਵਾਲੇ ਕਮਰੇ ਵਿੱਚ ਗਈ ਅਤੇ ਉੱਥੇ ਜਾ ਕੇ ਬਹਿ ਗਈ। ਉੱਥੇ 6 ਕੁੜੀਆਂ ਹੋਰ ਸੀ ਜੋ ਮੇਰੇ ਵੱਲ ਦੇਖ ਰਹੀਆਂ ਸਨ। ਕਿਸੇ ਨੂੰ ਮੇਰੇ 'ਤੇ ਤਰਸ ਨਹੀਂ ਆ ਰਿਹਾ ਸੀ। ਫਿਰ ਇੱਕ ਕੁੜੀ ਨੂੰ ਮੇਰੇ 'ਤੇ ਤਰਸ ਆਇਆ ਅਤੇ ਉਹ ਮੇਰੇ ਕੋਲ ਆ ਕੇ ਬਹਿ ਗਈ ਤੇ ਬੋਲੀ ਕਿ ਇੱਥੇ ਜੋ ਵੀ ਕੁੜੀ ਆਉਂਦੀ ਹੈ ਉਸ ਦਾ ਰੋਣਾ ਫਜ਼ੂਲ ਹੈ, ਚੁੱਪ ਕਰ ਜਾ। ਪਰ ਮੇਰਾ ਦਿਲ ਕਰ ਰਿਹਾ ਸੀ ਕਿ ਉੱਚੀ-ਉੱਚੀ ਰੋਵਾਂ। ਮੇਰੇ ਆਪਣੇ ਚਾਚੇ ਨੇ ਮੈਨੂੰ ਜੂਏ ਵਿੱਚ ਹਾਰਿਆ ਸੀ। ਇੰਨੇ ਨੂੰ ਰਾਜੂ ਆਇਆ ਤੇ ਮੇਰੀ ਫੋਟੋ ਬਣਾ ਕੇ ਲੈ ਗਿਆ। ਤਾਂ ਮੈਂ ਉਸ ਕੁੜੀ ਨੂੰ ਪੁੱਛਿਆ ਕਿ ਮੇਰੀ ਫੋਟੋ ਕਿਉਂ ਬਣਾ ਕੇ ਲੈ ਗਿਆ? ਤਾਂ ਉਸਨੇ ਕਿਹਾ ਕਿ ਸ਼ਾਮ ਨੂੰ ਜੋ ਵੀ ਗਾਹਕ ਕੋਠੇ 'ਤੇ ਆਊਗਾ ਉਸ ਨੂੰ ਆਪਣੀ ਫੋਟੋ ਦਿਖਾਉਣਗੇ। ਜਿਸ ਨੂੰ ਜੋ ਕੁੜੀ ਪਸੰਦ ਆਊਗੀ ਉਹ ਉਸ ਦੇ ਨਾਲ ਰਾਤ ਰਹੂਗੀ। ਮੈਂ ਬਹੁਤ ਡਰ ਗਈ ਸੀ ਕਿ ਇੱਥੇ ਦੇਹ ਵਪਾਰ ਹੁੰਦਾ ਹੈ। ਬਾਕੀ ਕੁੜੀਆਂ ਵੀ ਇਹੋ ਕੰਮ ਕਰਦੀਆਂ ਸੀ। ਦਿਲ ਕਰ ਰਿਹਾ ਸੀ ਕਿ ਮਰ ਜਾਵਾਂ, ਪਰ ਇੱਥੇ ਇੰਨੀਆਂ ਪਾਬੰਦੀਆਂ ਸੀ ਕਿ ਮਰਨਾ ਵੀ ਔਖਾ ਸੀ। ਇੰਨੇ ਨੂੰ ਰਾਜੂ ਅੰਦਰ ਆਇਆ ਤੇ ਉਸਨੇ ਰੇਖਾ ਨਾਂ ਲੈ ਕੇ ਆਵਾਜ਼ ਲਾਈ। ਉਸ ਨਾਲ ਰੇਖਾ ਨਾਂ ਦੀ ਕੁੜੀ ਬਾਹਰ ਚਲੀ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਅਗਲਾ ਨਾਂ ਮੇਰਾ ਨਾ ਹੋਵੇ। ਮੈਂ ਕੰਬ ਰਹੀ ਸੀ ਤੇ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਮੇਰੀ ਵਾਰੀ ਨਾ ਆਵੇ। ਇੱਦਾਂ ਹੀ ਉਹ ਵਾਰੀ-ਵਾਰੀ ਆਈਆਂ ਤੇ ਸਾਰੀਆਂ ਕੁੜੀਆਂ ਨੂੰ ਲੈ ਕੇ ਗਿਆ। ਹੁਣ ਮੈਂ ਕਮਰੇ ਵਿੱਚ ਸੀ। ਮੈਨੂੰ ਪਤਾ ਸੀ ਕਿ ਜੇਕਰ ਕੋਈ ਗਾਹਕ ਆਇਆ ਤਾਂ ਮੇਰੀ ਵਾਰੀ ਹੈ। ਇਹ ਸੋਚ ਕੇ ਮੈਂ ਪਸੀਨੇ-ਪਸੀਨੇ ਹੋ ਗਈ ਸੀ, ਪਰ ਪਰਮਾਤਮਾ ਦੀ ਕਿਰਪਾ ਨਾਲ ਕੋਈ ਗਾਹਕ ਨਹੀਂ ਆਇਆ। ਮੈਂ ਉਸ ਦਾ ਸ਼ੁਕਰ ਕੀਤਾ, ਪਰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਸਵੇਰੇ ਸਾਰੀਆਂ ਕੁੜੀਆਂ ਬਾਰੀ-ਬਾਰੀ ਕਮਰੇ ਵਿੱਚ ਵਾਪਸ ਆ ਰਹੀਆਂ ਸੀ ਤੇ ਸੌਂ ਗਈਆਂ। ਮੈਂ ਵੀ ਸਾਰੀ ਰਾਤ ਨਹੀਂ ਸੋਈ ਸੀ, ਇਸ ਲਈ ਮੈਨੂੰ ਵੀ ਨੀਂਦ ਆ ਗਈ। ਦੁਪਹਿਰ ਦੇ 2:30 ਵਜੇ ਸੀ। ਰਾਜੂ ਨੇ ਸਭ ਨੂੰ ਜਗਾ ਦਿੱਤਾ, ਪਰ ਮੈਨੂੰ ਨਹੀਂ, ਪਤਾ ਨਹੀਂ ਕਿਉਂ। ਫਿਰ ਅੰਦਰ ਰੌਸ਼ਨੀ ਨਾਂ ਦੀ ਔਰਤ ਆਈ ਤੇ ਬੋਲੀ, ਕਿਸ ਦੀ ਸਿਹਤ ਖਰਾਬ ਸੀ ਰਾਤ? ਤੇ ਉਹਨਾਂ ਸਭ ਨੇ ਮੇਰੇ ਵੱਲ ਵੇਖਿਆ। ਮੈਨੂੰ ਉਸਨੇ ਭਾਰੀ ਆਵਾਜ਼ ਵਿੱਚ ਕਿਹਾ, ਦੇਖ ਕੁੜੀਏ, ਤੈਨੂੰ ਮੈਂ ਬਹੁਤ ਪੈਸੇ ਲੈ ਕੇ ਖਰੀਦਿਆ ਹੈ, ਇਸ ਲਈ ਤੂੰ ਰੋਣਾ ਧੋਣਾ ਛੱਡ ਕੇ ਆਪਣੇ ਘਰਦਿਆਂ ਨੂੰ ਭੁੱਲ ਜਾ, ਕਿਉਂਕਿ ਤੈਨੂੰ ਹੁਣ ਇੱਥੇ ਹੀ ਰਹਿਣਾ ਹੈ। ਜੋ ਮੈਂ ਕਹਾਂ ਉਹ ਕਰਨਾ ਪੈਣਾ ਹੈ। ਮੈਂ ਉਸਦੇ ਅੱਗੇ ਹੱਥ ਜੋੜ ਕੇ ਮਿੰਨਤ ਕੀਤੀ, ਮੈਂ ਇਹੋ ਜਿਹੀ ਕੁੜੀ ਨਹੀਂ ਹਾਂ, ਮੈਨੂੰ ਜਾਣ ਦੇਵੋ। ਉਸਨੇ ਮੇਰੇ ਵੱਲ ਘੂਰ ਕੇ ਵੇਖਿਆ ਤੇ ਬਾਕੀ ਕੁੜੀਆਂ ਵੱਲ ਦੇਖਿਆ ਤੇ ਕਿਹਾ ਕਿ ਇਹ ਵੀ ਸਭ ਇੱਜ਼ਤਦਾਰ ਘਰ ਦੀਆਂ ਨੇ। ਜੋ ਮੈਂ ਤੈਨੂੰ ਕਿਹਾ, ਕੋਈ ਬਹਾਨਾ ਨਹੀਂ ਚਾਹੀਦਾ। ਅੱਜ ਇੱਕ ਖਾਸ ਗਾਹਕ ਨੇ ਆਉਣਾ ਤੇ ਤੂੰ ਸਭ ਤੋਂ ਸੋਹਣੀ ਹੈ। ਤੈਨੂੰ ਰਾਜੂ ਨਵਾਂ ਜੋੜਾ ਲਿਆ ਕੇ ਦੇਵੇਗਾ ਤੇ ਤੂੰ ਤਿਆਰ ਹੋ ਜਾ। ਅਤੇ ਫਿਰ ਬਾਕੀ ਕੁੜੀਆਂ ਨੂੰ ਵੀ ਤਿਆਰ ਹੋਣ ਲਈ ਕਿਹਾ। ਫਿਰ ਰਾਜੂ ਮੇਰੇ ਲਈ ਨਵਾਂ ਜੋੜਾ ਲੈ ਕੇ ਆਇਆ। ਮੈਂ ਉਹ ਪਾ ਲਿਆ ਤੇ ਲੱਗੀ। ਫਿਰ ਮੈਨੂੰ ਉਹਨਾਂ ਕੁੜੀਆਂ ਨੇ ਕਿਹਾ ਕਿ ਜਿਹੜੀ ਕੁੜੀ ਰੌਸ਼ਨੀ ਦੀ ਗੱਲ ਨਹੀਂ ਮੰਨਦੀ ਉਸ ਨੂੰ ਉਹ ਬਹੁਤ ਮਾਰਦੀ ਹੈ। ਮੈਂ ਡਰ ਗਈ ਤੇ ਤਿਆਰ ਹੋ ਕੇ ਉੱਥੇ ਬਹਿ ਗਈ। ਇਹ ਸੱਚ ਸੀ ਕਿ ਮੈਂ ਉੱਥੇ ਸਭ ਤੋਂ ਛੋਟੀ ਤੇ ਸੋਹਣੀ ਸੀ। ਸਭ ਕੁੜੀਆਂ ਮੇਰੇ ਵੱਲ ਦੇਖ ਰਹੀਆਂ ਸੀ। ਫਿਰ ਉਹ ਸਮਾਂ ਆਇਆ, ਰਾਜੂ ਨੇ ਇੱਕ-ਇੱਕ ਕਰਕੇ ਸਭ ਕੁੜੀਆਂ ਨੂੰ ਬੁਲਾ ਲਿਆ ਤੇ ਮੈਂ ਰਹਿ ਗਈ ਸੀ। ਮੇਰੇ ਕੰਨਾਂ ਵਿੱਚ ਰੌਸ਼ਨੀ ਦੀ ਆਵਾਜ਼ ਗੂੰਜ ਰਹੀ ਸੀ ਕਿ ਅੱਜ ਇੱਕ ਨਵਾਂ ਤੇ ਖਾਸ ਗਾਹਕ ਆਉਣਾ ਹੈ। ਉਸ ਨੂੰ ਸੋਹਣੀਆਂ ਕੁੜੀਆਂ ਪਸੰਦ ਨੇ, ਸ਼ਾਇਦ ਉਹ ਮੈਨੂੰ ਪਸੰਦ ਕਰ ਲਵੇ,
ਪਰ ਅੱਜ ਫੇਰ ਮੇਰੀ ਲਾਜ ਰੱਬ ਨੇ ਬਚਾ ਲਈ ਸੀ। ਮੈਂ ਉਸ ਦਾ ਸ਼ੁਕਰ ਕੀਤਾ ਤੇ ਸਵੇਰੇ ਜਦੋਂ ਕੁੜੀਆਂ ਆਈਆਂ ਤਾਂ ਮੈਨੂੰ ਵੀ ਨੀਂਦ ਆ ਗਈ। ਹੁਣ ਰੋਜ਼ ਹੀ ਏਦਾਂ ਹੋਣ ਲੱਗਾ। ਮੈਂ ਇਹ ਸੋਚਦੀ ਕਿ ਮੈਨੂੰ ਕੋਈ ਕਿਉਂ ਨਹੀਂ ਪਸੰਦ ਕਰਦਾ। ਮੈਂ ਤਾਂ ਸ਼ੁਕਰ ਵੀ ਕਰਦੀ ਸੀ ਕਿ ਬਹੁਤ ਵਧੀਆ ਹੈ ਕਿ ਮੈਨੂੰ ਕੋਈ ਪਸੰਦ ਨਹੀਂ ਕਰਦਾ ਸੀ। ਪਰ ਮੈਂ ਆਪਣੇ ਘਰ ਦੇ ਰਿਸ਼ਤੇਦਾਰਾਂ ਵਿੱਚੋਂ ਸਭ ਤੋਂ ਸੋਹਣੀ ਸੀ। ਮੇਰੀਆਂ ਸਹੇਲੀਆਂ ਮੇਰੇ ਤੋਂ ਚਿੜ ਜਾਂਦੀਆਂ ਸੀ, ਪਰ ਮੈਨੂੰ ਰਿਸ਼ਤਾ ਮੇਰੇ ਚਾਚੇ ਕਰਕੇ ਨਹੀਂ ਹੁੰਦਾ ਸੀ। ਮੇਰੀ ਵੀ ਮਾਂ ਮੈਨੂੰ ਦੱਸਦੀ ਸੀ ਕਿ ਤੇਰਾ ਪਿਓ ਵੀ ਜੂਆ ਖੇਡਦਾ ਸੀ ਅਤੇ ਮੇਰੇ ਪਿਓ ਨੂੰ ਵੀ ਇਹ ਆਦਤ ਸੀ, ਇਸ ਲਈ ਮੇਰੇ ਪਿਓ ਨੇ ਤੇਰੇ ਪਿਓ ਨਾਲ ਮੇਰਾ ਰਿਸ਼ਤਾ ਤੈਅ ਕੀਤਾ ਸੀ। ਮੈਂ ਤੇਰੇ ਪਿਓ ਨੂੰ ਬਹੁਤ ਸਮਝਾਉਂਦੀ ਸੀ ਕਿ ਤੂੰ ਇਹ ਕੰਮ ਨਾ ਕਰ, ਇਹ ਸਭ ਤੋਂ ਮਾੜਾ ਕੰਮ ਹੈ, ਪਰ ਉਹਨੇ ਮੇਰੀ ਗੱਲ ਕਦੀ ਨਹੀਂ ਮੰਨੀ। ਮੇਰਾ ਪਿਓ ਕੋਈ ਕੰਮ ਨਹੀਂ ਕਰਦਾ ਸੀ। ਮੇਰੀ ਮਾਂ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਪੈਸੇ ਲੈ ਕੇ ਆਉਂਦੀ ਤਾਂ ਮੇਰਾ ਪਿਓ ਖੋਹ ਲੈਂਦਾ। ਫਿਰ ਉਹ ਇਸ ਦੁਨੀਆ ਤੋਂ ਚਲਾ ਗਿਆ ਤੇ ਮੇਰੇ ਚਾਚੇ ਨੇ ਇਹ ਕੰਮ ਫੜ ਲਿਆ ਸੀ। ਇਹੋ ਗੱਲਾਂ ਕਰਕੇ ਮੈਨੂੰ ਰਿਸ਼ਤਾ ਨਹੀਂ ਸੀ ਹੋ ਰਿਹਾ। ਫਿਰ ਇੱਕ ਦਿਨ ਮੇਰੇ ਚਾਚੇ ਨੇ ਮੈਨੂੰ ਰੋਂਦੇ ਹੋਏ ਕਿਹਾ ਕਿ ਮੈਨੂੰ ਮਾਫ਼ ਕਰ ਦੇ। ਇਹ ਗੱਲ ਤਾਂ ਉਸ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਜਦੋਂ ਮੈਨੂੰ ਉਸ ਨੇ ਜੂਏ ਤੇ ਦਾਅਵ ਤੇ ਲਾਇਆ ਸੀ। ਇੱਥੇ ਸਾਰੀਆਂ ਕੁੜੀਆਂ ਗੱਲਾਂ ਕਰਦੀਆਂ ਸੀ ਕਿ ਇਸ ਨੂੰ ਕੋਈ ਪਸੰਦ ਕਿਉਂ ਨਹੀਂ ਕਰਦਾ। ਮੈਨੂੰ ਇੱਥੇ ਇੱਕ ਹਫ਼ਤਾ ਹੋ ਗਿਆ ਸੀ। ਮੈਂ ਇੱਥੋਂ ਜਾਣਾ ਚਾਹੁੰਦੀ ਸੀ। ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਸੀ। ਫਿਰ ਉਹ ਕੁੜੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਇਸ ਨੂੰ ਕੋਈ ਪਸੰਦ ਕਿਉਂ ਨਹੀਂ ਕਰਦਾ। ਫਿਰ ਮੈਂ ਇੱਕ ਦਿਨ ਸੋਚਿਆ ਕਿ ਕਿਉਂ ਨਾ ਮੈਂ ਰੌਸ਼ਨੀ ਦੀਆਂ ਮਿੰਨਤਾਂ ਤਰਲੇ ਕਰ ਲਾਂ, ਮੈਨੂੰ ਛੱਡ ਦੇਵੇ। ਮੈਂ ਕੋਈ ਕੰਮ ਕਰਕੇ ਉਸਦੇ ਪੈਸੇ ਉਤਾਰ ਦੇਵਾਂਗੀ। ਪਰ ਉਹ ਨਾ ਮੰਨੀ, ਕਹਿਣ ਲੱਗੀ ਤੂੰ ਤਾਂ ਮੇਰੇ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ। ਮੈਂ ਆਪਣੇ ਕਮਰੇ ਵਿੱਚ ਆ ਕੇ ਬਹੁਤ ਰੋਈ। ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆ ਰਹੀ ਸੀ। ਸ਼ਾਇਦ ਮੇਰੇ ਚਾਚੇ ਨੂੰ ਨਹੀਂ ਪਤਾ ਸੀ ਕਿ ਉਸ ਨੇ ਮੈਨੂੰ ਕਿੱਥੇ ਭੇਜ ਦਿੱਤਾ ਸੀ। ਰਾਜੂ ਹਮੇਸ਼ਾ ਮੈਨੂੰ ਤਰਸ ਨਾਲ ਦੇਖਦਾ ਸੀ, ਪਰ ਕੁਝ ਨਹੀਂ ਸੀ ਬੋਲਦਾ। ਇੱਕ ਦਿਨ ਰਾਤ ਨੂੰ ਜਦੋਂ ਸਭ ਕੁੜੀਆਂ ਚਲੀਆਂ ਗਈਆਂ ਤਾਂ ਮੈਂ ਬਾਹਰ ਨਿਕਲੀ ਕਿ ਕੀ ਪਤਾ ਮੈਂ ਬਾਹਰ ਜਾ ਸਕਦੀ ਹੋਵਾਂ। ਰੌਸ਼ਨੀ ਤਾਂ ਨਹੀਂ ਸੀ, ਪਰ ਬਾਹਰ ਰਾਜੂ ਸੀ। ਉਸ ਨਾਲ ਇੱਕ ਆਦਮੀ ਸੀ ਜੋ ਕਿ ਸਾਡੇ ਮੁਹੱਲੇ ਦਾ ਸੀ। ਉਹ ਉਸ ਨੂੰ ਫੋਟੋ ਵਿਖਾ ਰਿਹਾ ਸੀ, ਪਰ ਮੈਨੂੰ ਕੁਝ ਸੁਣ ਨਹੀਂ ਸੀ ਰਿਹਾ। ਉਸ ਆਦਮੀ ਦੀਆਂ 2 ਧੀਆਂ ਸੀ, ਪਰ ਉਸ ਦੀ ਹਕੀਕਤ ਅੱਜ ਮੇਰੇ ਸਾਹਮਣੇ ਸੀ। ਉਹ 55 ਕੁ ਸਾਲ ਦਾ ਸੀ। ਮੈਂ ਡਰ ਕੇ ਅੰਦਰ ਆ ਗਈ। ਫਿਰ ਰਾਜੂ ਅੰਦਰ ਆਇਆ। ਮੈਂ ਉਸ ਨੂੰ ਪੁੱਛਿਆ ਕਿ ਉਹ ਮੇਰੇ ਬਾਰੇ ਉਸ ਬੰਦੇ ਨੂੰ ਕੀ ਕਹਿ ਰਿਹਾ ਸੀ। ਰਾਜੂ ਨੇ ਕਿਹਾ, ਮੈਂ ਉਸ ਨੂੰ ਦੱਸ ਦਿੱਤਾ ਕਿ ਤੇਰੇ ਚਾਚੇ ਨੇ ਤੈਨੂੰ ਜੂਏ ਵਿੱਚ ਇੱਥੇ ਵੇਚ ਦਿੱਤਾ ਹੈ ਅਤੇ ਜਿੱਤਣ ਵਾਲੇ ਤੈਨੂੰ ਇੱਥੇ ਛੱਡ ਗਏ। ਤੇਰੇ ਬਿਨਾਂ ਕੋਈ ਕੁੜੀ ਨਹੀਂ ਸੀ, ਉਹ ਚਲਾ ਗਿਆ। ਫਿਰ ਮੈਨੂੰ ਰਾਜੂ ਨੇ ਕਿਹਾ ਕਿ ਕੁਝ ਦਿਨ ਇੰਤਜ਼ਾਰ ਕਰ ਲੈ। ਮੈਨੂੰ ਉਸਨੇ ਡਰਾ ਦਿੱਤਾ ਸੀ, ਪਰ ਉਸ ਦੀਆਂ ਅੱਖਾਂ ਵਿੱਚ ਮੈਨੂੰ ਆਪਣੇ ਲਈ ਪਿਆਰ ਦਿਸਿਆ ਸੀ। ਸ਼ਾਇਦ ਉਹ ਮੈਨੂੰ ਪਸੰਦ ਕਰਦਾ ਸੀ। ਉਹ ਵੀ ਬਹੁਤ ਸੋਹਣਾ ਤੇ ਜਵਾਨ ਮੁੰਡਾ ਸੀ। ਉੱਧਰ ਕੁੜੀਆਂ ਮੈਨੂੰ ਰੋਜ਼ ਪੁੱਛਦੀਆਂ ਕਿ ਤੈਨੂੰ ਕਿੰਨੇ ਦਿਨ ਹੋ ਗਏ, ਤੈਨੂੰ ਕੋਈ ਪਸੰਦ ਕਿਉਂ ਨਹੀਂ ਕਰਦਾ। ਪਰ ਮੈਂ ਚੁੱਪ ਸੀ ਤੇ ਰੱਬ ਅੱਗੇ ਹਰ ਸਮੇਂ ਅਰਦਾਸ ਕਰਦੀ ਰਹਿੰਦੀ ਕਿ ਮੇਰੀ ਇੱਜ਼ਤ ਬਚਾ ਲਵੋ। ਫਿਰ ਇੱਕ ਦਿਨ ਜਦੋਂ ਰਾਤ ਦੇ ਸਮੇਂ ਸਭ ਕੁੜੀਆਂ ਚਲੀਆਂ ਗਈਆਂ ਤਾਂ ਮੈਂ ਬਾਹਰ ਆਈ। ਰਾਜੂ ਕਿਸੇ ਆਦਮੀ ਨੂੰ ਮੇਰੀ ਫੋਟੋ ਦਿਖਾ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਨਾ ਭਾਈ ਨਾ, ਮੈਂ ਮਰਨਾ ਨਹੀਂ ਹੈ। ਉਹ ਚਲਾ ਗਿਆ। ਇੰਨੇ ਨੂੰ ਰੌਸ਼ਨੀ ਬਾਹਰ ਆਈ ਤੇ ਰਾਜੂ ਨੂੰ ਪੁੱਛਣ ਲੱਗੀ, ਕੀ ਗੱਲ, ਨਵੀਂ ਕੁੜੀ ਪਸੰਦ ਨਹੀਂ ਆਈ? ਤਾਂ ਉਹ ਕਹਿਣ ਲੱਗਾ ਕਿ ਉਸ ਕੋਲ ਪੈਸੇ ਘੱਟ ਸੀ, ਮੈਂ ਨਾ ਕਰ ਦਿੱਤੀ। ਚਲਾ ਗਿਆ। ਰੌਸ਼ਨੀ ਨੇ ਕਿਹਾ, ਠੀਕ ਕੀਤਾ, ਇਸ ਨੂੰ ਕਿਸੇ ਨੇ ਹੱਥ ਨਹੀਂ ਲਾਇਆ। ਮੈਂ ਉਸ ਨੂੰ ਕਿਸੇ ਅਮੀਰ ਆਦਮੀ ਨੂੰ ਵੇਚਾਂਗੀ। ਮੈਨੂੰ ਉਸ 'ਤੇ ਬਹੁਤ ਗੁੱਸਾ ਆਇਆ, ਪਰ ਰਾਜੂ ਤੇ ਹੈਰਾਨ ਸੀ ਕਿ ਉਸ ਨੇ ਝੂਠ ਕਿਉਂ ਬੋਲਿਆ। ਪਰ ਹਰ ਵਾਰ ਉਸ ਕੋਲ ਰੌਸ਼ਨੀ ਹੁੰਦੀ ਸੀ। ਏਦਾਂ ਹੀ ਦਿਨ ਬੀਤ ਗਏ। ਇੱਕ ਦਿਨ ਰਾਜੂ ਇਕੱਲਾ ਸੀ। ਮੈਂ ਉਸ ਕੋਲ ਗਈ। ਉਹ ਦੇਖ ਕੇ ਚੌਂਕ ਗਿਆ ਤੇ ਬਾਹੋਂ ਫੜ ਕੇ ਮੈਨੂੰ ਅੰਦਰ ਲੈ ਕੇ ਗਿਆ ਤੇ ਕਹਿਣ ਲੱਗਾ, ਜੇ ਤੈਨੂੰ ਰੌਸ਼ਨੀ ਨੇ ਦੇਖ ਲਿਆ ਤਾਂ ਚੰਗਾ ਨਹੀਂ ਹੋਣਾ ਤੇਰੇ ਨਾਲ, ਅੰਦਰ ਰਹਿ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ, ਪਰ ਮੇਰੀ ਉਸ ਨੇ ਇੱਕ ਨਹੀਂ ਸੁਣੀ। ਅੱਜ ਰਾਤ ਨੂੰ ਜਦੋਂ ਸਭ ਕੁੜੀਆਂ ਚਲੀਆਂ ਗਈਆਂ ਤਾਂ ਮੈਂ ਵੀ ਇੱਥੋਂ ਭੱਜਣ ਲਈ ਬਾਹਰ ਆਈ ਤਾਂ ਮੇਰੇ ਪਿੱਛੋਂ ਇੱਕ ਮੁੰਡੇ ਦੀ ਆਵਾਜ਼ ਆਈ ਕਿ ਮੈਨੂੰ ਇਹ ਕੁੜੀ ਚਾਹੀਦੀ ਹੈ, ਮੈਂ ਇਸ ਨਾਲ ਰਾਤ ਬਿਤਾਉਣੀ ਹੈ। ਮੈਂ ਸਮਝ ਗਈ ਕਿ ਅੱਜ ਮੇਰੀ ਇੱਜ਼ਤ ਤਾਰ-ਤਾਰ ਹੋ ਜਾਣੀ ਹੈ। ਮੈਂ ਆਪਣੇ ਆਪ ਨੂੰ ਕਿੱਦਾਂ ਮੂੰਹ ਦਿਖਾਵਾਂਗੀ। ਮੇਰਾ ਰੋਣਾ ਰੌਸ਼ਨੀ ਦਾ ਦਿਲ ਮੋਮ ਨਾ ਕਰ ਸਕਿਆ। ਮੈਂ ਫਿਰ ਰਾਜੂ ਮੈਨੂੰ ਬਾਹੋਂ ਤੋਂ ਫੜ ਕੇ ਅੰਦਰ ਲੈ ਕੇ ਗਿਆ ਅਤੇ ਬੋਲਿਆ ਕਿ ਤੂੰ ਡਰ ਨਾ, ਉਹ ਮੁੰਡਾ ਜੋ ਬੋਲੇ ਉਸ ਨੂੰ ਧਿਆਨ ਨਾਲ ਸੁਣੀ। ਇਹ ਕਹਿ ਕੇ ਉਹ ਚਲਾ ਗਿਆ, ਪਰ ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਕਮਰੇ ਵਿੱਚ ਡਰਦੀ ਹੋਈ ਚਲੀ ਗਈ। ਕਮਰੇ ਵਿੱਚ ਜੋ ਵੀ ਸੀ ਉਹ ਪਿੱਠ ਕਰੀ ਖੜਾ ਸੀ। ਉਸ ਨੇ ਮੇਰੇ ਵੱਲ ਮੂੰਹ ਕੀਤਾ ਤਾਂ ਮੈਂ ਹੈਰਾਨ ਹੋ ਗਈ ਸੀ। ਇਹ ਤਾਂ ਸਾਡੇ ਮੁਹੱਲੇ ਦੇ ਰਮੇਸ਼ ਅੰਕਲ ਦਾ ਮੁੰਡਾ ਰਾਜ ਸੀ। ਉਸ ਨੇ ਮੈਨੂੰ ਕਿਹਾ ਕਿ ਤੂੰ ਡਰ ਨਾ, ਰਾਜੂ ਰੌਸ਼ਨੀ ਦੇ ਸੌਣ ਤੋਂ ਬਾਅਦ ਆਪਾਂ ਨੂੰ ਬਾਹਰ ਕੱਢੇਗਾ।
ਮੈਂ ਚੁੱਪ ਸੀ ਪਰ ਖੁਸ਼ ਸੀ ਕਿ ਮੈਨੂੰ ਆਜ਼ਾਦੀ ਮਿਲ ਜਾਊਗੀ। ਫਿਰ ਕੁਝ ਦੇਰ ਬਾਅਦ ਰਾਜੂ ਆਇਆ ਤੇ ਉਸਨੇ ਕਿਹਾ ਕਿ ਰੌਸ਼ਨੀ ਸੌਂ ਗਈ ਹੈ ਤੇ ਇੱਕ ਗਾਰਡ ਪਿਛਲੇ ਪਾਸੇ ਹੈ ਤੇ ਦੂਜੇ ਨੂੰ ਮੈਂ ਗੱਲਾਂ ਵਿੱਚ ਲਾਉਣਾ। ਅਸੀਂ ਉੱਥੋਂ ਨਿਕਲ ਗਏ। ਰਾਜ ਮੈਨੂੰ ਦੋਸਤ ਦੇ ਘਰ ਲੈ ਆਇਆ। ਫਿਰ ਉਸਨੇ ਮੈਨੂੰ ਕਿਹਾ ਕਿ ਇੱਕ ਦਿਨ ਮੈਂ ਤੁਹਾਡੇ ਘਰ ਗਿਆ ਤਾਂ ਤੇਰੇ ਚਾਚਾ ਜੀ ਦੀ ਸਿਹਤ ਖਰਾਬ ਸੀ। ਮੈਂ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਤੇ ਜਦੋਂ ਉਹ ਠੀਕ ਹੋਏ ਤਾਂ ਰੋਣ ਲੱਗੇ। ਉਹਨਾਂ ਮੈਨੂੰ ਸਭ ਦੱਸ ਦਿੱਤਾ ਕਿ ਤੂੰ ਕਿੱਦਾਂ ਇੱਥੇ ਆਈ। ਫਿਰ ਮੈਂ ਰਾਜੂ ਨੂੰ ਦੱਸਿਆ ਤੇ ਉਸਨੇ ਮੇਰੀ ਮਦਦ ਕੀਤੀ ਕਿਉਂਕਿ ਮੈਂ ਤੈਨੂੰ ਬਚਪਨ ਤੋਂ ਪਿਆਰ ਕਰਦਾ ਸੀ। ਹੁਣ ਰਾਜੂ 'ਤੇ ਕੋਈ ਇਲਜ਼ਾਮ ਨਹੀਂ ਆਉਣਾ ਕਿ ਤੂੰ ਮੇਰੇ ਨਾਲ ਵਿਆਹ ਕਰਵਾਏਂਗੀ। ਅਸੀਂ ਸਵੇਰ ਹੁੰਦੇ ਹੀ ਘਰ ਆ ਗਏ। ਸਾਹਿਲ ਦੇ ਘਰ ਵੀ ਮੈਨੂੰ ਆਪਦੇ ਘਰ ਦੀ ਨੂੰਹ ਬਣਾਉਣ ਲਈ ਤਿਆਰ ਸੀ। ਸਾਡਾ ਵਿਆਹ ਹੋ ਗਿਆ। ਮੇਰੇ ਚਾਚਾ ਜੀ ਮੇਰੇ ਤੋਂ ਬਹੁਤ ਸ਼ਰਮਿੰਦਾ ਸੀ ਅਤੇ ਬਾਰ-ਬਾਰ ਮਾਫ਼ੀ ਮੰਗ ਰਹੇ ਸਨ। ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ। ਹੁਣ ਅਸੀਂ ਸਭ ਖੁਸ਼ੀ-ਖੁਸ਼ੀ ਰਹਿਣ ਲੱਗੇ। ਦੋਸਤੋ, ਸਾਨੂੰ ਸਮਾਜ ਵਿੱਚੋਂ ਇਹ ਬੁਰੀਆਂ ਆਦਤਾਂ ਨੂੰ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਇਸ ਮਾੜੇ ਕੰਮ ਵਿੱਚ ਕੀ ਸਹੀ ਹੈ, ਕੀ ਗਲਤ ਹੈ, ਸਮਝ ਹੀ ਨਹੀਂ ਪਾਉਂਦੇ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਭ ਦਾ ਧੰਨਵਾਦ ਜੀ ਅਤੇ ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।